ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ HSN TV। मैं हाँ शीतल। खबरां दे इस बुलेटिन ਦੇ ਵਿੱਚ ਨਿੱਘਾ ਸਵਾਗਤ ਕਰਦੀ ਹਾਂ। ਆਓ ਸਭ ਤੋਂ ਪਹਿਲਾਂ ਇੱਕ ਨਜ਼ਰ ਮਾਰੀਏ ਅੱਜ ਦੀਆਂ ਖਾਸ ਖਬਰਾਂ ਤੇ। ਬੋਸਟਨ ਦੇ ਵਿੱਚ ਪਹਿਲੀ ਵਾਰ ਕੱਢੀ ਗਈ ਇੰਡੀਆ ਡੇ ਪਰੇਡ, ਲਹਿਰਾਇਆ ਗਿਆ 220 ਫੁੱਟ ਉੱਚਾ ਝੰਡਾ। ਚੀਨ ਨੇ ਤਾਈਵਾਨ ਦੇ ਵਿੱਚ ਅਮਰੀਕੀ ਵਫਦ ਦੇ ਦੌਰੇ ਦੇ ਦੌਰਾਨ ਹੋਰ ਫੌਜੀ ਅਭਿਆਸਾਂ ਦਾ ਕੀਤਾ ਐਲਾਨ। ਇੱਕ ਮਹੀਨੇ ਬੰਦ ਹੋਣ ਜਾ ਰਹੇ ਨੇ ਡੇ ਕੇਅਰ ਕਾਰਨ ਮਾਪੇ ਕਸੂਤੀ ਸਥਿਤੀ ਦੇ ਵਿੱਚ ਫਸੇ। ਕੈਨੇਡਾ ਦੀ ਅਦਾਲਤ ਨੇ 2 ਗਰਮਖਿਆਨੀ ਖਾਲਿਸਤਾਨੀਆਂ ਦੇ ਵੱਲੋਂ ਦਾਇਰ ਪਟੀਸ਼ਨ ਕੀਤੀ ਖਾਰਜ। ਸੇਫਟੀ ਇੰਸਪੈਕਟਰਾਂ ਦੀ ਹੜਤਾਲ ਦੇ ਉੱਤੇ ਹੋਣ ਦੇ ਬਾਵਜੂਦ ਸੁਰੱਖਿਅਤ ਹਨ CNA ਰਾਈਡਸ। ਸਾਬਕਾ PM ਵਾਜਪਾਈ ਦੀ ਚੌਥੀ ਬਰਸੀ ਤੇ ਪ੍ਰਧਾਨ ਮੰਤਰੀ ਮੋਦੀ ਤੇ ਰਾਸ਼ਟਰਪਤੀ ਮੁਰਮੂ ਨੇ ਦਿੱਤੀ ਸ਼ਰਧਾਂਜਲੀ। ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਗੈਂਗਸਟਰ ਅਰਸ਼ਦ ਡੱਲਾ ਨੇ ਪੁਲਿਸ ਨੂੰ ਦਿੱਤੀ ਸ਼ਰੇਆਮ ਧਮਕੀ। ਹਾਈ ਕੋਰਟ ਦੇ ਵਿੱਚ 11 ਜੱਜਾਂ ਦੀ ਨਿਯੁਕਤੀ, ਸੁਖਬੀਰ ਬੋਲੇ ਇੱਕ ਵੀ ਸਿੱਖ ਨਹੀਂ, ਇਹ ਕਿਹੜਾ ਤੋਹਫਾ। ਦਿੱਲੀ ਦੇ ਵਿੱਚ ਕੋਰੋਨਾ ਦੇ 1227 ਨਵੇਂ ਮਾਮਲੇ ਆਏ ਸਾਹਮਣੇ, 8 ਹੋਰ ਮਰੀਜ਼ਾਂ ਦੀ ਹੋਈ ਮੌਤ। ਗੁਰਦਾਸਪੁਰ ਦੇ ਪੰਜਾਬ ਵਕਫ ਬੋਰਡ ਦੀ ਜ਼ਮੀਨ ਨੂੰ ਲੈ ਕੇ 2 ਧਿਰਾਂ ਦੇ ਵਿੱਚ ਹੋਈ ਝੜਪ, ਚੱਲੀਆਂ ਗੋਲੀਆਂ। ਵਿਕਰਮ ਮਜੀਠੀਆ ਨੇ ਸਾਬਕਾ CM ਚੰਨੀ ਨੂੰ ਕਿਹਾ ਛੱਲਾ, ਕਿਹਾ ਪਤਾ ਨਹੀਂ ਕਿੱਥੇ ਦਿਲ ਲਗਾ ਕੇ ਬਹਿ ਗਿਆ ਪਾਉ। ਹੁਣ ਖਬਰਾਂ ਵਿਸਥਾਰ ਨਾਲ। ਉਧਰ ਭਾਰਤ ਦੀ ਆਜ਼ਾਦੀ ਦੇ 75ਵੇਂ ਸਾਲ ਪੂਰੇ ਹੋਣ ਤੋਂ ਬਾਅਦ ਅਮਰੀਕਾ ਦੇ ਇਤਿਹਾਸਕ ਸ਼ਹਿਰ ਬੋਸਟਨ ਦੇ ਵਿੱਚ ਪਹਿਲੀ ਵਾਰ ਇੰਡੀਆ ਡੇ ਪਰੇਡ ਕੱਢੀ ਗਈ ਹੈ। ਇਸ ਦੌਰਾਨ 220 ਫੁੱਟ ਉੱਚਾ ਅਮਰੀਕਾ ਭਾਰਤ ਦਾ ਝੰਡਾ ਸਾਰਿਆਂ ਦਾ ਧਿਆਨ ਖਿੱਚ ਰਿਹਾ ਸੀ। ਭਾਰਤ ਅਤੇ ਅਮਰੀਕਾ ਦੀ ਵਿਭਿੰਨਤਾ ਨੂੰ ਦਰਸਾਉਣ ਵਾਲੇ ਇਸ ਸਮਾਗਮ ਦੇ ਵਿੱਚ ਦੇਸ਼ ਭਗਤੀ ਦੇ ਗੀਤ ਵੀ ਗਾਏ ਗਏ ਤੇ 30 ਤੋਂ ਵੱਧ ਦੇਸ਼ਾਂ ਦੇ ਹਜ਼ਾਰਾਂ ਲੋਕਾਂ ਨੇ ਇੰਡੀਆ ਡੇ ਪਰੇਡ ਦੇ ਵਿੱਚ ਹਿੱਸਾ ਵੀ ਲਿਆ। ਇਸ ਮੌਕੇ ਸਾਬਕਾ ਭਾਰਤੀ ਕ੍ਰਿਕਟਰ RP ਸਿੰਘ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ। ਇਸ ਦੇ ਵਿੱਚ ਮੈਸਾਚੂਸੈਟਸ ਤੇ ਨਿਊ ਇੰਗਲੈਂਡ ਦੇ ਕਈ ਨੇਤਾਵਾਂ ਨੇ ਭਾਸ਼ਣ ਦਿੱਤਾ। ਫੈਡਰੇਸ਼ਨ ਆਫ ਇੰਡੀਆ ਐਸੋਸੀਏਸ਼ਨਸ ਨਿਊ ਇੰਗਲੈਂਡ ਦੇ ਪ੍ਰਧਾਨ ਅਭਿਸ਼ੇਕ ਸਿੰਘ ਨੇ ਕਿਹਾ ਕਿ ਬੋਸਟਨ ਦੇ ਵਿੱਚ ਪਹਿਲੀ ਇੰਡੀਆ ਡੇ ਪਰੇਡ ਦਾ ਆਯੋਜਨ ਇਤਿਹਾਸਕ ਰੂਪ ਦੇ ਨਾਲ ਸਫਲ ਰਿਹਾ। ਇਸ ਦਾ ਸਾਰਾ ਸਿਹਰਾ ਸ਼ਹਿਰ ਦੇ ਵਿੱਚ ਰਹਿਣ ਵਾਲੇ ਭਾਰਤੀ ਅਮਰੀਕੀਆਂ ਨੂੰ ਜਾਂਦਾ ਹੈ। ਉਧਰ ਚੀਨ ਨੇ ਤਾਈਵਾਨ ਦੇ ਰਾਸ਼ਟਰਪਤੀ ਦੇ ਵੱਲੋਂ ਸੋਮਵਾਰ ਨੂੰ ਨਵੇਂ ਅਮਰੀਕੀ ਵਫਦ ਦੇ ਨਾਲ ਮੁਲਾਕਾਤ ਤੋਂ ਬਾਅਦ ਤਾਈਵਾਨ ਦੇ ਆਲੇ-ਦੁਆਲੇ ਹੋਰ ਫੌਜੀ ਅਭਿਆਸ ਕਰਨ ਦਾ ਐਲਾਨ ਕੀਤਾ। ਅਮਰੀਕੀ ਵਫਦ ਦਾ ਦੌਰਾ ਤਾਈਵਾਨ ਦੇ ਪ੍ਰਤੀ ਅਮਰੀਕੀ ਸੰਸਦ ਮੈਂਬਰਾਂ ਦੀ ਮਜ਼ਬੂਤ ਏਕਤਾ ਨੂੰ ਦਰਸਾਉਂਦਾ ਹੈ। ਇਸ ਵਫਦ ਦੇ ਦੌਰੇ ਤੋਂ ਪਹਿਲਾਂ ਹਾਊਸ ਆਫ ਰਿਪਰੈਜ਼ੈਂਟੇਟਿਵ ਦੀ ਸਪੀਕਰ ਨੈਂਸੀ ਪੈਲੋਸੀ ਨੇ ਤਾਈਵਾਨ ਦਾ ਦੌਰਾ ਕੀਤਾ ਸੀ। ਇਸ ਤੋਂ ਬਾਅਦ ਨਾਰਾਜ਼ ਚੀਨ ਨੇ ਤਾਈਵਾਨ ਦੇ ਆਲੇ-ਦੁਆਲੇ ਕਈ ਦਿਨਾਂ ਤੱਕ ਫੌਜੀ ਅਭਿਆਸ ਕੀਤੇ। ਰੱਖਿਆ ਮੰਤਰਾਲੇ ਤੇ ਇਸ ਦੀ ਪੂਰੀ ਥੀਏਟਰ ਕਮਾਂਡ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਪੀਪਲਜ਼ ਲਿਬਰੇਸ਼ਨ ਆਰਮੀ ਦੇ ਸੋਮਵਾਰ ਨੂੰ ਤਾਈਵਾਨ ਦੇ ਆਲੇ-ਦੁਆਲੇ ਸਮੁੰਦਰ ਅਤੇ ਅਸਮਾਨ ਦੇ ਵਿੱਚ ਵਾਧੂ ਸੰਯੁਕਤ ਅਭਿਆਸਾਂ ਦਾ ਐਲਾਨ ਕੀਤਾ ਹੈ। ਉਧਰ ਐਜੈਕਸ ਡੇ ਕੇਅਰ ਸੈਂਟਰ ਦੇ 2 ਹਫ਼ਤਿਆਂ ਦੇ ਵਿੱਚ ਅਚਾਨਕ ਬੰਦ ਹੋਣ ਦੀਆਂ ਰਿਪੋਰਟਾਂ ਤੋਂ ਬਾਅਦ ਸੈਂਕੜੇ ਪਰਿਵਾਰਾਂ ਨੂੰ ਹੁਣ ਖੜੇ ਪੈਰ ਆਪਣੇ ਬੱਚਿਆਂ ਦੇ ਲਈ ਨਵੇਂ ਡੇ ਕੇਅਰ ਦੀ ਭਾਲ ਕਰਨੀ ਪੈ ਰਹੀ ਹੈ। ਚਰਚ ਸਟਰੀਟ ਨਾਰਥ ਦੇ ਡਿਲੇਨੇ ਡਰਾਈਵ ਏਰੀਆ ਦੇ ਵਿੱਚ ਸਥਿਤ ਹੈਪੀ ਕਿਡਜ਼ ਚਾਈਲਡ ਕੇਅਰ ਸੈਂਟਰ ਨੂੰ 31 ਅਗਸਤ ਤੱਕ ਇਹ ਥਾਂ ਖਾਲੀ ਕਰਨ ਦੇ ਲਈ ਆਖਿਆ ਗਿਆ ਔਰ ਕਿਉਂਕਿ ਇਸ ਸੈਂਟਰ ਦੇ ਲੀਜ਼ ਖਤਮ ਹੋਣ ਜਾ ਰਹੀ ਹੈ ਅਤੇ ਲੈਂਡਲਾਰਡ ਦੇ ਵੱਲੋਂ ਇਹ ਲੀਜ਼ ਮੁੜ ਰਿਨਿਊ ਨਹੀਂ ਕਰਾਈ ਗਈ। ਇਸ ਸੈਂਟਰ ਦੇ ਵਿੱਚ ਆਪਣੇ ਬੱਚਿਆਂ ਨੂੰ ਛੱਡਣ ਵਾਲੇ ਮਾਪੇ ਇਸ ਤੋਂ ਕਾਫੀ ਪਰੇਸ਼ਾਨ ਨੇ। ਉਹਨਾਂ ਦਾ ਕਹਿਣਾ ਹੈ ਕਿ ਸੈਂਟਰ ਨੂੰ ਬੰਦ ਕਰਨ ਦਾ ਨੋਟਿਸ ਕਿੰਨੇ ਘੰਟੇ ਸਮੇਂ ਵਿੱਚ ਦਿੱਤਾ ਗਿਆ। ਮਾਪਿਆਂ ਦਾ ਇਹ ਕਹਿਣਾ ਹੈ ਕਿ ਠੀਕ ਸਤੰਬਰ ਜਦੋਂ ਬੱਚਿਆਂ ਦੇ ਸਕੂਲ ਖੁੱਲਣ ਵਾਲੇ ਹੁੰਦੇ ਨੇ ਤਾਂ ਪਹਿਲਾਂ ਚਾਈਲਡ ਕੇਅਰ ਸੇਵਾਵਾਂ ਦੇਣ ਵਾਲੇ ਦੀ ਭਾਲ ਕਰਨਾ ਕਾਫੀ ਮੁਸ਼ਕਲ ਹੈ। ਮਾਪਿਆਂ ਦਾ ਦਾਅਵਾ ਕਿ ਉਹਨਾਂ ਦੇ ਵੱਲੋਂ ਹੋਰਨਾਂ ਥਾਵਾਂ ਦੇ ਉੱਤੇ ਵੀ ਪਤਾ ਕੀਤਾ ਜਾ ਰਿਹਾ ਪਰ ਸਾਰੇ ਡੇ ਕੇਅਰਸ ਜਾਂ ਤਾਂ ਫੁੱਲ ਨੇ ਤੇ ਜਾਂ ਫਿਰ ਉੱਥੇ 2023 ਤੱਕ ਸਲੋਟਸ ਉਪਲਬਧ ਹਨ। ਉਧਰ ਕੈਨੇਡਾ ਦੀ ਇੱਕ ਅਦਾਲਤ ਨੇ 2 ਗਰਮਖਿਆਲੀ ਖਾਲਿਸਤਾਨੀਆਂ ਦੀ ਉਸ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਜਿਸ ਦੇ ਵਿੱਚ ਉਹਨਾਂ ਨੂੰ ਗੈਰ ਇਜਾਜ਼ਤ ਹਵਾਈ ਯਾਤਰਾ ਦੀ ਸੂਚੀ ਦੇ ਵਿੱਚੋਂ ਨਾਮ ਹਟਾਉਣ ਦੀ ਗੁਹਾਰ ਲਾਈ ਸੀ। ਅਦਾਲਤ ਨੇ ਦੇਸ਼ ਦੇ ਨੋ ਫਲਾਈ ਲਿਸਟ ਦੇ ਵਿੱਚ ਉਹਨਾਂ ਦਾ ਨਾਮ ਪਾਉਣ ਦੀ ਸੰਵਿਧਾਨਿਕਤਾ ਨੂੰ ਬਰਕਰਾਰ ਰੱਖਿਆ। ਇਹ ਸੂਚੀ ਸ਼ੱਕੀ ਅੱਤਵਾਦੀਆਂ ਨੂੰ ਜਹਾਜ਼ ਵਿੱਚ ਸਵਾਰ ਹੋਣ ਤੋਂ ਰੋਕਣ ਦੇ ਲਈ ਤਿਆਰ ਕੀਤੀ ਗਈ ਹੈ ਤਾਂ ਜੋ ਕਿਸੇ ਵੀ ਐਮਰਜੈਂਸੀ ਅਤੇ ਅਣਸੁਖਾਵੀ ਘਟਨਾ ਤੋਂ ਬਚਿਆ ਜਾ ਸਕੇ। ਕੈਨੇਡਾ ਦੀ ਨੈਸ਼ਨਲ ਪੋਸਟ ਨੇ ਦੱਸਿਆ ਹੈ ਕਿ ਜਿਸ ਤਰ੍ਹਾਂ ਸਰਕਾਰ ਨੇ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਉਹਨਾਂ ਦੇ ਕੇਸਾਂ ਦੇ ਵਿੱਚ ਕਾਰਵਾਈ ਕੀਤੀ, ਅਦਾਲਤ ਨੇ ਉਹਨਾਂ ਦਾ ਨਾਂ ਇਸ ਸੂਚੀ ਵਿੱਚ ਰੱਖਣਾ ਉਚਿਤ ਸਮਝਿਆ। ਬਰੈਂਪਟਨ ontario ਦੇ ਭਗਤ ਸਿੰਘ ਬਰਾੜ ਤੇ ਵੈਂਕੂਵਰ ਦੇ ਪਰਵਰਕਾਰ ਸਿੰਘ ਦੁਲਈ ਨੂੰ 2018 ਦੇ ਵਿੱਚ ਨੋ ਫਲਾਈ ਲਿਸਟ ਦੇ ਵਿੱਚ ਰੱਖਿਆ ਗਿਆ। ਦੋਵਾਂ ਨੇ ਸੂਚੀ ਦੇ ਵਿੱਚ ਨਾਮ ਜੋੜਨ ਦੀ ਆਪਣੀ ਅਪੀਲ ਦੇ ਨਾਲ ਸੁਰੱਖਿਅਤ ਹਵਾਈ ਯਾਤਰਾ ਐਕਟ ਨੂੰ ਚੁਣੌਤੀ ਦਿੱਤੀ ਸੀ। ਇਹ ਕਾਨੂੰਨ ਜਿਸ ਤਹਿਤ ਇਹ ਸੂਚੀ ਸਾਲ 2015 ਤੋਂ ਲਾਗੂ ਹੈ। ਜਾਣਕਾਰੀ ਦੇ ਮੁਤਾਬਕ ਬਰਾੜ ਨੂੰ ਅਪ੍ਰੈਲ 2018 ਦੇ ਵਿੱਚ ਗੁਪਤ ਰੂਪ ਦੇ ਵਿੱਚ ਸੂਚੀ ਵਿੱਚ ਰੱਖਿਆ ਗਿਆ ਸੀ। ਵੈਂਕੂਵਰ ਤੋਂ ਟੋਰਾਂਟੋ ਜਾਣ ਵਾਲੀ ਫਲਾਈਟ ਦੇ ਵਿੱਚ ਸਵਾਰ ਹੋਣ ਦੀ ਕੋਸ਼ਿਸ਼ ਕਰਨ ਤੋਂ ਇੱਕ ਦਿਨ ਪਹਿਲਾਂ ਕੈਨੇਡੀਅਨ ਅਧਿਕਾਰੀਆਂ ਨੇ ਇਹ ਫੈਸਲਾ ਲਿਆ ਸੀ। ਬਰਾੜ ਨੇ ਫਿਰ ਨਾਮ ਹਟਾਉਣ ਦੇ ਲਈ ਸ਼ਿਕਾਇਤ ਦਰਜ ਕਰਵਾਈ ਅਤੇ ਅਪ੍ਰੈਲ 2019 ਦੇ ਵਿੱਚ ਸੰਘੀ ਅਦਾਲਤ ਵਿੱਚ ਅਪੀਲ ਵੀ ਕੀਤੀ ਸੀ। ਇਸੇ ਤਰ੍ਹਾਂ ਬਰਾੜ ਦੇ ਕਾਰੋਬਾਰੀ ਪਾਰਟਨਰ ਪਰਵਕਾਰ ਸਿੰਘ ਦੁਲਈ ਨੂੰ ਮਾਰਚ 2018 ਦੇ ਵਿੱਚ ਸੂਚੀ ਵਿੱਚ ਪਾ ਦਿੱਤਾ ਗਿਆ ਸੀ। ਜਦੋਂ ਉਸ ਨੂੰ ਪਤਾ ਲੱਗਾ ਕਿ ਉਹ ਵੀ ਇਸ ਸੂਚੀ ਵਿੱਚ ਸ਼ਾਮਲ ਹੈ ਤਾਂ ਉਸਨੇ ਸ਼ਿਕਾਇਤ ਕੀਤੀ। ਨੈਸ਼ਨਲ ਪੋਸਟ ਨੇ ਆਪਣੀ ਰਿਪੋਰਟ ਦੇ ਵਿੱਚ ਇਹ ਵੀ ਦੱਸਿਆ ਕਿ ਬਰਾੜ ਕਥਿਤ ਤੌਰ ਤੇ ਆਤੰਕਵਾਦੀ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਦੇ ਆਗੂ ਲਖਬੀਰ ਬਰਾੜ ਦਾ ਪੁੱਤਰ ਹੈ। ਦੁਲਈ ਜੋ ਕਿ ਖਾਲਿਸਤਾਨ ਦਾ ਇੱਕ ਵੋਕਲ ਸਮਰਥਕ ਹੈ, ਉਸ ਨੂੰ ਵੀ ਪਰੇਡ ਦਾ ਆਯੋਜਕ ਦੱਸਿਆ ਗਿਆ ਜੋ ਕਿ 1985 ਦੇ 에ਅਰ ਇੰਡੀਆ ਬੰਬ ਧਮਾਕਿਆਂ ਦੇ ਦੋਸ਼ੀਆਂ ਦੇ ਵਿੱਚੋਂ ਇੱਕ ਨੂੰ ਸ਼ਰਧਾਂਜਲੀ ਦੇਣ ਦੇ ਲਈ ਕੱਢੀ ਗਈ ਸੀ। ਇਸ ਘਟਨਾ ਦੇ ਵਿੱਚ 329 ਲੋਕ ਮਾਰੇ ਗਏ। ਬਰਾੜ ਅਤੇ ਦੁਲਈ ਦੋਵਾਂ ਨੇ ਕਥਿਤ ਤੌਰ ਤੇ ਅੱਤਵਾਦੀ ਸੰਬੰਧਿਤ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੋਣ ਅਤੇ ਇੱਕ ਕੈਨੇਡੀਅਨ ਏਜੰਸੀ ਦੇ ਲਈ ਜਾਸੂਸੀ ਕਰਨ ਦੇ ਦੋਸ਼ ਲਗਾਏ ਨੇ ਜਿਨ੍ਹਾਂ ਨੂੰ ਅਦਾਲਤ ਦੇ ਦਸਤਾਵੇਜ਼ਾਂ ਦੇ ਵਿੱਚ ਸ਼ੱਕੀ ਮੰਨਿਆ ਜਾਂਦਾ ਹੈ। ਕੈਨੇਡੀਅਨ ਅਖਬਾਰ ਦੇ ਅਨੁਸਾਰ 2 ਵਿਅਕਤੀਆਂ ਨੇ ਸੂਚੀ ਦੀ ਸੰਵਿਧਾਨਿਕਤਾ ਨੂੰ ਇਵੇਂ
ਕਿਵੇਂ ਲਾਗੂ ਕੀਤਾ ਗਿਆ ਸੀ ਉਸ ਨੂੰ ਚੁਣੌਤੀ ਦਿੱਤੀ ਸੀ। ਹਾਲਾਂਕਿ ਸਰਕਾਰ ਨੇ ਦਲੀਲ ਦਿੱਤੀ ਹੈ ਕਿ ਕਾਨੂੰਨ ਸਹੀ ਨੇ ਅਤੇ ਦੋਵਾਂ ਨੂੰ ਸੂਚੀ ਵਿੱਚ ਰਹਿਣਾ ਚਾਹੀਦਾ ਹੈ। ਇਸ ਕੇਸ ਦਾ ਫੈਸਲਾ ਸੁਣਾਉਣ ਵਾਲੇ ਜਸਟਿਸ ਸਾਈਮਨ ਨੋਏਲ ਨੇ ਆਦੇਸ਼ ਦੇ ਵਿੱਚ ਲਿਖਿਆ ਕਿ ਉਹ ਵਿਅਕਤੀਗਤ ਅਧਿਕਾਰ ਅਤੇ ਸੁਰੱਖਿਆ ਦੇ ਵਿੱਚ ਸਮੂਹਿਕ ਹਿੱਤਾਂ ਨੂੰ ਤੋਲਦੇ ਨੇ। ਅਦਾਲਤ ਨੇ ਕਿਹਾ ਕਿ ਕਾਨੂੰਨ ਦੇ ਅਨੁਸਾਰ ਇਹ ਸ਼ੱਕ ਕਰਨ ਦੇ ਵਾਜਬ ਆਧਾਰ ਨੇ ਕਿ ਕੋਈ ਵਿਅਕਤੀ ਜੋ ਅੱਤਵਾਦੀ ਕਾਰਵਾਈ ਕਰਨ ਦੇ ਮਕਸਦ ਦੇ ਨਾਲ ਆਵਾਜਾਈ ਜਾਂ ਹਵਾਈ ਯਾਤਰਾ ਦੌਰਾਨ ਯਾਤਰਾ ਨੂੰ ਧਮਕਾਉਂਦਾ ਹੈ ਤਾਂ ਸਰਕਾਰ ਇਹ ਫੈਸਲਾ ਲਿਆ। ਅਦਾਲਤ ਨੇ ਕਿਹਾ ਕਿ ਬਰਾੜਾ ਤੇ ਦੁਲਈ ਦੋਵੇਂ ਇਸ ਸੂਚੀ ਦੇ ਵਿੱਚ ਬਣੇ ਰਹਿਣਗੇ ਕਿਉਂਕਿ ਉਹਨਾਂ ਦੀਆਂ ਅਪੀਲਾਂ ਖਾਰਜ ਹੋ ਗਈਆਂ ਨੇ। ਰਿਪੋਰਟ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਹਾਲਾਂਕਿ ਦੋਵਾਂ ਨੇ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। उधर सीएनई 4 दिन की दूरी के उत्ते है। अधिकारियों का भी कहना है कि सेफ्टी इंस्पैक्टर्स की हड़ताल के उत्ते होने के बावजूद मिडवे राइडर्स के मेले ते हर इलाके सुरक्षित नहीं। जिक्रयोग है कि इस साल 21 जुलाई को टैक्नीकल स्टैंडर्ड्स एंड सेफ्टी अथॉरिटी के 170 सेफ्टी इंस्पैक्टरों की हड़ताल के उत्ते जाने के नाल स्थिति काफ़ी भंबल भुस्से दे वाली है। इस संबंध में गलबात नवंबर 2021 तो चल रही है। एतवार को ओंटारियो पब्लिक सर्विसेज इंपलॉयज यूनियन के मैंबरों ने एग्जीबिशन ग्राउंड के सामने धरना दिता। उन्होंने TSSA को गलबात शुरू करने के लिए भी आख्या। उन्होंने चिंता प्रगटाउंदे आख्या कि हड़ताल उत्ते गए मैंबरों के कारण संबंधित राइड्स से साजो समान चंगी तरह जांचे नहीं जा सके होंगे। पर अजिहे दे विच TSSA ने आख्या कि राइड्स नूं जांचण ते मेले की सुरक्षा नूं यकीनी बनाउण दे लई होर वर्कर लिआंदे गए ने। उधर साबका प्रधानमंत्री अटल बिहारी वाजपेयी की चौथी बरसी है। इस मौके पर राष्ट्रपति द्रौपदी मुर्मू, साबका राष्ट्रपति रामनाथ कोविंद, प्रधानमंत्री नरेंद्र मोदी, उपराष्ट्रपति जगदीप धनखड़ ते रक्षा मंत्री राजनाथ सिंह सदैव अटल पहुंचे हुए ने। गृह मंत्री अमित शाह ते भाजपा प्रधान JP नड्डा भी अटल जी की बरसी ते भाजपा ने ट्वीट करके लिखा कि भारतीय जनता पार्टी के पितामह करोड़ा वर्करां दे मार्गदर्शक ते साडे प्रेरणा स्रोत साबका प्रधानमंत्री भारत रत्न की बरसी ते दिलों श्रद्धांजलि। सत्कारयोग अटल बिहारी वाजपेयी जी। दिल्ली के मुख्यमंत्री अरविंद केजरीवाल ने भी उन्होंने श्रद्धांजलि दिंदियां होइयां लिखिया है कि साबका प्रधानमंत्री श्री अटल बिहारी वाजपेयी जी ने उन्होंने बरसी ते मेरी श्रद्धांजलि। गृह मंत्री अमित शाह ने ट्विटर पर लिखा कि सत्कारयोग अटल जी ने अपनी जिंदगी का हर पल मां भारती की शान नूं बहाल करने के लिए लगाया। उन्होंने भारतीय राजनीति के विच गरीब कल्याण ते चंगे शासन के एक नवे युग की शुरुआत की ते विश्व नूं भारत की हिम्मत ते ताकत का एहसास भी करवाया। अज उन्होंने बरसी मौके उन्होंने श्रद्धांजलि। वाजपेयी ने लंबे समय तो बीमार रहने तो बाद 16 अगस्त 2018 ਨੂੰ दिल्ली ਦੇ आखिरी साह लिया सी। ਉਹ 3 ਵਾਰ देश के प्रधानमंत्री रहे। उन्हों का पहला कार्यकाल 1996 ਦੇ ਵਿੱਚ 13 ਦਿਨਾਂ ਦੇ ਲਈ ਸੀ, ਜਿਸ ਤੋਂ ਬਾਅਦ ਉਹ 1998 ਤੋਂ 1999 ਤੱਕ 13 ਮਹੀਨਿਆਂ ਦੇ ਲਈ ਪ੍ਰਧਾਨ ਮੰਤਰੀ ਰਹੇ। ਬਾਅਦ ਵਿੱਚ 1999 ਤੋਂ 2004 ਤੱਕ ਦੇਸ਼ ਦੇ ਪ੍ਰਧਾਨ ਮੰਤਰੀ ਰਹੇ। ਵਾਜਪਾਈ ਭਾਜਪਾ ਦੇ ਸਹਿ ਸੰਸਥਾਪਕ ਤੇ ਸੀਨੀਅਰ ਨੇਤਾ ਨੇ। ਉਹ ਰਾਸ਼ਟਰੀ ਸਵੈਮ ਸੇਵਕ ਦੇ ਮੈਂਬਰ ਵੀ ਸਨ ਔਰ ਉਹ ਪਹਿਲੇ ਭਾਰਤੀ ਪ੍ਰਧਾਨ ਮੰਤਰੀ ਸਨ ਜੋ ਕਾਂਗਰਸ ਦੇ ਨਹੀਂ ਸਨ ਅਤੇ ਉਹਨਾਂ ਨੇ ਆਪਣਾ ਕਾਰਜਕਾਲ ਪੂਰਾ ਕੀਤਾ। ਉਹ ਪ੍ਰਸਿੱਧ ਕਵੀ ਅਤੇ ਲੇਖਕ ਵੀ ਹਨ ਅਤੇ ਉਹ 5 ਦਹਾਕਿਆਂ ਤੱਕ ਸੰਸਦ ਮੈਂਬਰ ਰਹੇ। ਉਹ 10 ਵਾਰ ਲੋਕ ਸਭਾ ਦੇ ਲਈ ਚੁਣੇ ਗਏ ਤੇ 2 ਵਾਰ ਰਾਜ ਸਭਾ ਦੇ ਲਈ ਵੀ ਚੁਣੇ ਗਏ। 2009 ਦੇ ਵਿੱਚ ਸਿਹਤ ਕਾਰਨਾਂ ਕਰਕੇ ਉਹ ਸਰਗਰਮ ਸਿਆਸਤ ਤੋਂ दूर हो गए सन। उधर गैंगस्टर अर्श डल्ला ने अपने 4 साथियों की गिरफ्तारी तो बाद फेसबुक ते पोस्ट पा के पुलिस नूं शरेआम धमकी दी है। उसने पोस्ट विच कहा कि पुलिस साडे साथियों ते नाजायज़ कब्जे पा रही है। हुण पुलिस दे स्टाइल दे विच पुलिस नूं जवाब देंगे। उन्होंने नाल ये भी कहा कि 3 ਥਾਵਾਂ ਤੇ मिले ਬੰਬਾਂ नाल मेरा कोई लेना देना नहीं है। दिल्ली तो फड़े गए साथियों के कोल कोई ग्रेनेड नहीं है। पुलिस ने ग्रेनेड की नाजायज़ बरामदगी दिखाई है। दसणयोग है कि 2 दिन पहले ही पुलिस ने अर्श डल्ला के 4 साथियों को दिल्ली तो गिरफ्तार किया। पुलिस ने 3 ग्रेनेड ते 9 mm पिस्तौलां ते कारतूस इन्हां तो बरामद किए। अर्श डल्ला ने पोस्ट दे लिखा कि पुलिस के वल्लों गिरफ्तार किए गए दीपक मोगा ते सनी ईसापुर के कोल 2 9 mm पिस्टल ते 100 के करीब कारतूस सी पर कोई बंब जां ग्रेनेड नहीं सी। पुलिस अपने नंबर ते तारियां दे लई एक वार भी किसी बेकसूर ते परचा पाउण लगी नहीं सोचती। उन्होंने कहा कि जिन्हों ने परचा पाया जे वो सच्चे ने तो सारी टीम अपने बच्चों के नाल मीडिया सामने आके गुरु घर जाके सौं चुकन। टल्ला ने कहा कि पुलिस बिना वजह तो मैनू ते मेरे वीरां नूं अतवादी बनाई जा रहे हैं। ये लोग दसन जे मैं अजे तक कोई धमाका किया होवे। उन्होंने कहा कि मेरे नाल ये तीजी वार होया, पहला फाजिलका फिर गुरदासपुर साइड हुण मोहाली 3 थावां ते इन्हां बंबां नाल मेरा कोई लेना देना नहीं है। गैंगस्टर ने पुलिस नूं धमकी दिंदे होया कहा कि जे ये लोग नहीं हट सकते तो सीधा कोई अफसर मैनू फोन करके कह देवे असीं नाजायज़ घरों नहीं हटना, फिर मैं भी इत्थे स्टाइल विच जवाब दियां क्योंकि मजबूर कर रहे ने बिना गल तो परचे पाके। उधर श्रोमणी अकाली दल प्रधान सुखबीर सिंह बादल ने पंजाब ते हरियाणा हाई कोर्ट दे नवे जजां की नियुक्ति दे विच एक भी सिख ना होने ते सवाल उठाया। हाई कोर्ट दे 11 नवे जज नियुक्त किए गए। अकाली दल के मुखी सुखबीर बादल ने नियुक्ति पत्र ते बोलदे कहा कि 11 जजां दे विचों एक भी सिख जज नहीं है। देश की आज़ादी की लड़ाई दे विच 80% कुर्बानियां देने वाली सिख कौम नूं आज़ादी दिहाड़े ते किहो जिहा तोहफा दिता गया। सुखबीर बादल ने कहा कि पंजाब ते हरियाणा हाई कोर्ट में ज़्यादातर केस सिख भाईचारे दे नाल संबंधित ने, इस दे बावजूद अजिहा फैसला लिया गया। उन्होंने कहा कि गैर सिख जजां की नियुक्ति दे नाल सिखां नूं ही नुकसान होवेगा।
ਪ੍ਰਧਾਨ ਮੰਤਰੀ ਦਫ਼ਤਰ ਨੂੰ ਇਸ ਦੇ ਵਿੱਚ ਦਖਲ ਦੇ ਕੇ ਇਸ ਬੇਇਨਸਾਫੀ ਨੂੰ ਵਾਪਸ ਲੈਣਾ ਚਾਹੀਦਾ। ਤੁਹਾਨੂੰ ਦੱਸ ਦਈਏ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਵਿੱਚ 11 ਜੱਜ ਨਿਯੁਕਤ ਕੀਤੇ ਗਏ ਨੇ। ਇਹਨਾਂ ਦੇ ਵਿੱਚ ਨਿਧੀ ਗੁਪਤਾ, ਸੰਜੇ ਵਿਸ਼ਿਸ਼ਟ, ਤ੍ਰਿਭੁਵਨ ਦਹੀਆ, ਨਮਿਤ ਕੁਮਾਰ, ਹਰਨੇਸ਼ ਮਨੂਜਾ, ਅਮਨ ਚੌਧਰੀ, ਨਰੇਸ਼ ਸਿੰਘ, ਹਰਸ਼ ਜਗਮੋਹਨ ਬਾਂਸਲ, ਦੀਪਕ ਮਨਚੰਦਾ ਤੇ ਲੋਕ ਜੈਨ ਸ਼ਾਮਲ ਨੇ। ਇਸ ਤੋਂ ਪਹਿਲਾਂ ਅਕਾਲੀ ਦਲ ਅੰਮ੍ਰਿਤਸਰ ਦੇ ਸੰਗਰੂਰ ਤੋਂ ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਨੇ ਸੁਪਰੀਮ ਕੋਰਟ ਦੇ ਵਿੱਚ ਸਿੱਖ ਜੱਜ ਨਾ ਹੋਣ ਦਾ ਮੁੱਦਾ ਵੀ ਉਠਾਇਆ ਸੀ। ਉਹਨਾਂ ਨੇ ਇਹ ਗੱਲ ਲੋਕ ਸਭਾ ਦੇ ਵਿੱਚ ਵੀ ਉਠਾਈ ਸੀ। ਹਾਲਾਂਕਿ ਇਸ ਤੇ ਕੇਂਦਰੀ ਕਾਨੂੰਨ ਮੰਤਰੀ ਕਿਰਨ ਰਿਜਿਜੂ ਨੇ ਸਪਸ਼ਟ ਕਿਹਾ ਸੀ ਕਿ ਜੱਜਾਂ ਦੀ ਨਿਯੁਕਤੀ ਦੇ ਵਿੱਚ ਧਰਮ ਦੇ ਆਧਾਰ ਤੇ ਕੋਈ ਰਾਖਵਾਂਕਰਨ ਨਹੀਂ ਹੈ। ਉਧਰ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਦੇ ਵਿੱਚ ਕੋਰੋਨਾ ਦੇ 1227 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਪਿਛਲੇ 24 ਘੰਟਿਆਂ ਦੇ ਵਿੱਚ 8 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਹ ਜਾਣਕਾਰੀ ਸਿਹਤ ਵਿਭਾਗ ਦੇ ਵੱਲੋਂ ਜਾਰੀ ਅੰਕੜਿਆਂ ਦੇ ਵਿੱਚ ਮਿਲੀ ਹੈ। ਇਸ ਤੋਂ ਪਹਿਲਾਂ ਲਗਾਤਾਰ 12 ਦਿਨਾਂ ਤੋਂ ਦਿੱਲੀ ਦੇ ਵਿੱਚ ਰੋਜ਼ਾਨਾ ਕੋਰੋਨਾ ਦੇ 2000 ਤੋਂ ਵੱਧ ਮਾਮਲੇ ਆ ਰਹੇ ਨੇ। ਐਤਵਾਰ ਨੂੰ ਰਾਸ਼ਟਰੀ ਰਾਜਧਾਨੀ 'ਚ ਕੋਰੋਨਾ ਦੇ 2162 ਨਵੇਂ ਮਾਮਲੇ ਸਾਹਮਣੇ ਆਏ, ਜਦਕਿ 5 ਮਰੀਜ਼ਾਂ ਦੀ ਮੌਤ ਹੋਈ ਹੈ। ਸਿਹਤ ਵਿਭਾਗ ਨੇ ਦੱਸਿਆ ਕਿ ਸੋਮਵਾਰ ਨੂੰ ਕੋਰੋਨਾ ਦੇ ਲਈ 8421 ਨਮੂਨਿਆਂ ਦੀ ਜਾਂਚ ਕੀਤੀ ਗਈ, ਜਿਨ੍ਹਾਂ ਦੇ ਵਿੱਚੋਂ 1227 ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ। ਵਿਭਾਗ ਦੇ ਅਨੁਸਾਰ ਸੋਮਵਾਰ ਨੂੰ ਨਵੇਂ ਮਾਮਲਿਆਂ ਦੇ ਨਾਲ ਦਿੱਲੀ ਦੇ ਸੰਕਰਮਣ ਦੇ 19,85,822 ਮਾਮਲੇ ਸਾਹਮਣੇ ਆਏ, ਜਦਕਿ 8 ਮੌਤਾਂ ਦੇ ਨਾਲ ਇਹਨਾਂ ਮਹਾਮਾਰੀ ਦੇ ਵਿੱਚ ਜਾਨ ਗਵਾਉਣ ਵਾਲੇ ਲੋਕਾਂ ਦੀ ਕੁੱਲ ਗਿਣਤੀ 26,399 ਹੋ ਗਈ ਹੈ। ਹੈਲਥ ਬੁਲੇਟਿਨ ਦੇ ਅਨੁਸਾਰ ਇਸ ਸਮੇਂ ਦਿੱਲੀ ਦੇ ਵਿੱਚ ਕੁੱਲ 7519 ਮਰੀਜ਼ ਇਲਾਜ ਦੇ ਅਧੀਨ ਨੇ, ਜਿਨ੍ਹਾਂ ਦੇ ਵਿੱਚੋਂ 5760 ਮਰੀਜ਼ਾਂ ਦਾ ਹੋਮ ਆਈਸੋਲੇਸ਼ਨ ਦੇ ਵਿੱਚ ਇਲਾਜ ਕੀਤਾ ਜਾ ਰਿਹਾ ਹੈ। ਵਿਭਾਗ ਨੇ ਕਿਹਾ ਕਿ ਦਿੱਲੀ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਕੋਰੋਨਾ ਦੇ ਮਰੀਜ਼ਾਂ ਦੇ ਲਈ 9416 ਬੈੱਡ ਰਾਖਵੇਂ ਰੱਖੇ ਗਏ ਨੇ, ਜਿਨ੍ਹਾਂ ਦੇ ਵਿੱਚ ਸੋਮਵਾਰ ਨੂੰ 594 ਬਿਸਤਰੇ ਭਰੇ ਗਏ। ਬੁਲੇਟਿਨ ਦੇ ਅਨੁਸਾਰ ਕੋਰੋਨਾ ਮਰੀਜ਼ਾਂ ਦੀ ਦੇਖਭਾਲ ਕੇਂਦਰ ਅਤੇ ਕੋਰੋਨਾ ਸਿਹਤ ਕੇਂਦਰ ਦੇ ਵਿੱਚ ਸਾਰੇ ਬੈੱਡ ਅਜੇ ਵੀ ਖਾਲੀ ਨੇ। ਦਿੱਲੀ ਦੇ ਵਿੱਚ ਇਸ ਸਮੇਂ ਕੁੱਲ 335 ਕੰਟੇਨਮੈਂਟ ਜ਼ੋਨ ਨੇ। ਉਧਰ ਗੁਰਦਾਸਪੁਰ ਦੇ ਪਿੰਡ ਬੇਰੀ ਦੇ ਵਿੱਚ ਉਸ ਸਮੇਂ ਹਫੜਾ ਤਫੜੀ ਮਚ ਗਈ ਜਦੋਂ ਪੰਜਾਬ ਵਰਡ ਬੋਰਡ ਦੀ ਜ਼ਮੀਨ ਤੇ ਕਬਜ਼ੇ ਨੂੰ ਲੈ ਕੇ ਦੋ ਧਿਰਾਂ ਦੇ ਵਿੱਚ ਝੜਪ ਹੋ ਗਈ। ਇਸ ਝੜਪ ਦੇ ਦੌਰਾਨ ਇੱਕ ਧਿਰ ਨੇ ਲੋਕਾਂ ਦੇ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ, ਜਿਸ ਦੀ ਵੀਡੀਓ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ। ਦੂਜੇ ਦਿਨ ਦੇ ਪਰਿਵਾਰ ਦੇ ਵੱਲੋਂ ਗੋਲੀਆਂ ਚਲਾਉਣ ਵਾਲੇ ਦੋਸ਼ੀ ਨੂੰ ਫੜ ਕੇ ਪੁਲਿਸ ਦੇ ਹਵਾਲੇ ਕੀਤਾ ਗਿਆ ਤੇ ਨਾਲ ਹੀ ਨਾਲ ਉਹਨਾਂ ਦੇ ਇਨਸਾਫ ਦੀ ਮੰਗ ਵੀ ਕੀਤੀ ਗਈ ਹੈ। ਇਸ ਮਾਮਲੇ ਦੇ ਸੰਬੰਧ ਦੇ ਵਿੱਚ ਪਿੰਡ ਵਾਸੀਆਂ ਨੇ ਕਿਹਾ ਕਿ ਜਿਸ ਤਰ੍ਹਾਂ ਗੋਲੀਆਂ ਚਲਾਈਆਂ ਗਈਆਂ ਨੇ, ਇਸ ਤਰ੍ਹਾਂ ਪਿੰਡ ਦਾ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ। ਪੀੜਤ ਪਰਿਵਾਰ ਨੇ ਦੱਸਿਆ ਕਿ ਪਿੰਡ ਦੇ ਵਿੱਚ ਪੰਜਾਬ ਤੱਕੜ ਬੋਰਡ ਦੀ ਜ਼ਮੀਨ ਹੈ, ਜਿਸ ਤੇ ਦੂਸਰੀ ਧਿਰ ਦੇ ਵੱਲੋਂ ਕਬਜ਼ਾ ਕੀਤਾ ਹੋਇਆ ਹੈ, ਜਦਕਿ ਮੈਂ ਜ਼ਮੀਨ ਵਾਉਣ ਦੇ ਲਈ ਅੱਜ ਗਿਆ ਤੇ ਦੂਜੀ ਧਿਰ ਵੱਲੋਂ ਸਾਡੇ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਇਸ ਦੌਰਾਨ ਅਸੀਂ ਬੜੀ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾ ਕੇ ਉੱਥੋਂ ਭੱਜ ਨਿਕਲੇ। ਉਹਨਾਂ ਨੇ ਕਿਹਾ ਕਿ ਅਸੀਂ ਗੋਲੀਆਂ ਚਲਾਉਣ ਵਾਲੇ ਦੋਸ਼ੀ ਨੂੰ ਫੜ ਕੇ ਪੁਲਿਸ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਵੀ ਦੱਸਿਆ ਹੈ ਕਿ ਦੋਸ਼ੀ ਪਰਿਵਾਰ ਨਸ਼ਾ ਵੇਚਣ ਦਾ ਵੀ ਕੰਮ ਕਰਦਾ ਹੈ। ਸਾਡੀ ਸਰਕਾਰ ਦੇ ਅੱਗੇ ਮੰਗ ਹੈ ਕਿ ਦੋਸ਼ੀ ਪਰਿਵਾਰ ਖਿਲਾਫ ਕਾਰਵਾਈ ਕੀਤੀ ਜਾਵੇ ਤੇ ਇਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਦਿੱਤੀ ਜਾਵੇ। ਇਸ ਬਾਰੇ ਜਦੋਂ ਦੂਜੀ ਧਿਰ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਸਾਡੇ ਤੇ ਲਗਾਏ ਇਲਜ਼ਾਮ ਬੇਬੁਨਿਆਦ ਨੇ। ਅਸੀਂ ਨਾ ਨਸ਼ੇ ਦੇ ਕਾਰੋਬਾਰੀ ਹਾਂ ਤੇ ਨਾ ਹੀ ਅਸੀਂ ਕੋਈ ਗੋਲੀਆਂ ਚਲਾਈਆਂ ਨੇ, ਜਦਕਿ ਉਹਨਾਂ ਦੇ ਵੱਲੋਂ ਸਾਡੇ ਤੇ ਫਾਇਰ ਕੀਤੇ ਗਏ ਨੇ। ਇਸ ਮਾਮਲੇ ਦੇ ਵਿੱਚ ਸੰਬੰਧ ਦੇ ਵਿੱਚ ਚੌਂਕੀ ਤੁਗਲਵਾਲ ਦੇ ਇੰਚਾਰਜ ਸਤਿੰਦਰ ਸਿੰਘ ਨੇ ਕਿਹਾ ਕਿ ਸਾਨੂੰ ਇਤਲਾਹ ਮਿਲੀ ਸੀ ਕਿ ਪਿੰਡ ਬੇਰੀ ਦੇ ਵਿੱਚ ਜ਼ਮੀਨ ਨੂੰ ਲੈ ਕੇ ਝਗੜਾ ਹੋਇਆ। ਅਸੀਂ ਇਸ ਦੀ ਤਫਤੀਸ਼ ਕਰ ਰਹੇ ਹਾਂ। ਜਦੋਂ ਫਾਇਰਿੰਗ ਦੇ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਫਾਇਰਿੰਗ ਹੋਈ ਹੈ, ਪਰ ਅਜੇ ਤਫਤੀਸ਼ ਕੀਤੀ ਜਾ ਰਹੀ ਹੈ। ਜੋ ਵੀ ਤੱਥ ਸਾਹਮਣੇ ਆਉਣਗੇ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ। ਉਧਰ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਮਜੀਠੀਆ ਖਟਕੜ ਕਲਾ ਵਿਖੇ ਜਾਣ ਦੇ ਲਈ ਚੰਡੀਗੜ੍ਹ ਤੋਂ ਰਵਾਨਾ ਹੋ ਗਏ। ਮੀਡੀਆ ਦੇ ਨਾਲ ਗੱਲਬਾਤ ਕਰਦੇ ਉਹਨਾਂ ਨੇ ਕਿਹਾ ਹੈ ਕਿ ਆਪਣੇ ਪਰਿਵਾਰ ਦੇ ਸਮੇਤ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋ ਕੇ ਵਾਹਿਗੁਰੂ ਦਾ ਸ਼ੁਕਰਾਨਾ ਕਰਨਗੇ। ਇਸ ਮੌਕੇ ਵਿਕਰਮ ਮਜੀਠੀਆ ਵੱਲੋਂ ਸਾਬਕਾ ਚੰਨੀ ਸਰਕਾਰ ਤੇ ਵੀ ਨਿਸ਼ਾਨਾ ਵਿੰਨਿਆ ਗਿਆ। ਉਹਨਾਂ ਨੇ ਕਿਹਾ ਕਿ ਜੇਕਰ ਚੰਨੀ ਸਰਕਾਰ ਨੇ ਮੇਰੇ ਖਿਲਾਫ ਸਾਜ਼ਿਸ਼ ਰਚੀ ਤਾਂ ਇਹ ਪਹਿਲੀ ਵਾਰ ਹੋਇਆ ਕਿ ਉਸ ਸਮੇਂ ਦਾ ਮੌਜੂਦਾ ਮੁੱਖ ਮੰਤਰੀ 2 ਸੀਟਾਂ ਤੋਂ ਹਾਰ ਗਿਆ। ਉਹਨਾਂ ਨੇ ਕਿਹਾ ਕਿ ਚਰਨਜੀਤ ਸਿੰਘ ਚੰਨੀ ਦੀ ਹਾਰ ਮਗਰੋਂ ਤਾਂ ਗੀਤ ਵੀ ਚੱਲ ਰਿਹਾ, ਛੱਲਾ ਮੁੜ ਕੇ ਨਹੀਂ ਆਇਆ। ਉਹਨਾਂ ਨੇ ਕਿਹਾ ਹੈ ਕਿ ਮੈਂ ਵੀ ਇੱਕ ਵੀਡੀਓ ਸੰਭਾਲ ਕੇ ਰੱਖੀ ਹੈ ਜਿਹੜੀ ਚਲਾਉਣੀ ਹੈ, ਪਰ ਜੇਕਰ ਛੱਲਾ ਮੁੜ ਕੇ ਆਵੇਗਾ ਤਾਂ ਹੀ ਵੀਡੀਓ ਚਲਾ ਸਕਾਂਗਾ। ਉਹਨਾਂ ਨੇ ਕਿਹਾ ਕਿ ਛੱਲਾ ਆਵੇ ਤਾਂ ਹੀ ਆ, ਪਤਾ ਨਹੀਂ ਕਿੱਥੇ ਦਿਲ ਲਾ ਕੇ ਬਹਿ ਗਿਆ ਭਾਊ। ਸੰਸਦ ਮੈਂਬਰ ਸਿਮਰਜੀਤ ਸਿੰਘ ਮਾਨ ਦੇ ਵੱਲੋਂ ਸ਼ਹੀਦ ਭਗਤ ਸਿੰਘ ਦੇ ਬਾਰੇ ਬਿਆਨ ਤੇ ਜਦੋਂ ਮਜੀਠੀਆ ਨੂੰ ਪੁੱਛਿਆ ਗਿਆ ਤਾਂ ਉਹਨਾਂ ਨੇ ਇਸ ਬਾਰੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਮੌਕੇ ਵਿਕਰਮ ਮਜੀਠੀਆ ਮੌਜੂਦਾ ਭਗਵੰਤ ਮਾਨ ਸਰਕਾਰ ਤੇ ਵੀ ਨਿਸ਼ਾਨਾ ਵਿੰਨਦੇ ਹੋਏ ਨਜ਼ਰ ਆਏ। ਉਹਨਾਂ ਨੇ ਕਿਹਾ ਕਿ ਅਜੇ ਆਮ ਆਦਮੀ ਪਾਰਟੀ ਨੂੰ ਪੰਜਾਬ ਚਾਹੇ ਥੋੜਾ ਹੀ ਸਮਾਂ ਹੋਇਆ ਤੇ ਦੇਖੋ ਸਰਕਾਰ ਕੰਮ ਕੀ ਕਰਦੀ ਹੈ। ਇਸ ਦੇ ਨਾਲ ਹੀ ਨਾਲ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਅੱਜ ਫਿਲਹਾਲ ਇੰਨਾ ਹੀ। ਆਪਣੀ ਦੋਸਤ ਨੂੰ ਦਿਓ ਇਜਾਜ਼ਤ ਤੇ ਤੁਸੀਂ ਜੁੜੇ ਰਹੋ HSN ਨਿਊਜ਼ ਦੇ ਨਾਲ।